Hello students, my name is Harvinder Singh, SST Master at Government High School, Khanpur Shiron, Block Raiya 1, District Amritsar। ਬੱਚਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਹਰ ਸਕੂਲ ਦੇ ਵਿੱਚ ਨੈਸ ਦੀ ਤਿਆਰੀ ਜਿਹੜੀ ਉਹ ਚੱਲ ਰਹੀ ਹੈ, ਯਾਨੀ ਕਿ ਨੈਸ਼ਨਲ ਅਚੀਵਮੈਂਟ ਸਰਵੇ ਦੀ। ਅਤੇ ਇਸ ਦੇ ਵਿੱਚ ਅਲੱਗ-ਅਲੱਗ ਜੋ ਤੁਹਾਡੇ ਲੈਸਨ ਹੈ ਉਹਨਾਂ ਪ੍ਰਤੀ ਜੋ ਵੀ ਲੈਸਨ ਅਸੀਂ ਜਿਹੜੇ ਆ ਉਹਨਾਂ ਨੂੰ ਆਸਾਨ ਤਰੀਕੇ ਨਾਲ ਜਿਹੜਾ ਅਸੀਂ ਕਿ ਤੁਸੀਂ ਕਿਸ ਤਰ੍ਹਾਂ ਸਮਝ ਸਕੋ, ਉਹਦੇ ਲਈ ਸਾਡੇ ਬਾਕੀ ਟੀਚਰ ਵੀ ਕੋਸ਼ਿਸ਼ ਕਰ ਰਹੇ ਆ। ਸਾਡੀ ਵੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਤੁਹਾਨੂੰ ਕਿਸੇ ਤਰ੍ਹਾਂ ਨਾਲ ਉਹਨਾਂ ਨੂੰ ਆਸਾਨ ਤਰੀਕੇ ਨਾਲ ਜਿਹੜਾ ਲੈਸਨਾਂ ਨੂੰ ਸਮਝਾਇਆ ਜਾ ਸਕੇ। ਇਸ ਦੇ ਲਈ ਅਸੀਂ ਅੱਜ ਤੁਹਾਡੇ ਸਾਹਮਣੇ ਸ਼੍ਰੀ ਗੁਰੂ ਜਿਹੜੇ ਆਪਣੇ ਸਾਹਿਬਾਨ ਹੋਏ ਨੇ ਸਿੱਖ ਧਰਮ ਦੇ ਵਿੱਚ 10 ਗੁਰੂ ਸਾਹਿਬਾਨ ਹੋਏ ਆ, ਉਹਨਾਂ ਨੂੰ ਅਸੀਂ ਆਸਾਨ ਭਾਸ਼ਾ ਦੇ ਵਿੱਚ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਜਿਹੜੀ ਮੇਨ ਚੀਜ਼ ਹੈ ਤੁਹਾਨੂੰ ਕੀ ਯਾਦ ਰੱਖਣੀ ਹੈ। ਮੇਨ ਚੀਜ਼ ਇਹ ਆ ਕਿ ਤੁਹਾਨੂੰ ਪਹਿਲਾਂ ਤਾਂ ਪੂਰੇ 12 ਮੰਥ ਯਾਨੀ ਕਿ ਜਨਵਰੀ ਫਰਵਰੀ ਤੋਂ ਲੈ ਕੇ ਨਵੰਬਰ ਦਸੰਬਰ ਤੱਕ ਜਿੰਨੇ ਵੀ ਟੋਟਲੀ ਸਾਡੇ 12 ਮੰਥ ਆਉਂਦੇ ਆ, ਉਹ ਸਾਰੇ ਮੰਥ ਦਾ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਆ। ਦੂਜੀ ਗੱਲ, ਤੁਹਾਨੂੰ ਸਾਡੇ ਜਿਹੜੇ ਸੀ ਕਿ ਜੋ ਸਿੱਖ ਗੁਰੂ ਸਾਹਿਬਾਨ ਹੈ, ਪਹਿਲੇ ਗੁਰੂ ਸਾਹਿਬਾਨ ਤੋਂ ਲੈ ਕੇ 10ਵੇਂ ਗੁਰੂ ਸਾਹਿਬਾਨ ਤੱਕ ਤੁਹਾਨੂੰ ਉਹਨਾਂ ਸਾਰੇ ਗੁਰੂ ਸਾਹਿਬਾਨਾਂ ਦੇ ਨਾਮ ਲੜੀਵਾਰ ਯਾਦ ਹੋਣੇ ਜਿਹੜੇ ਚਾਹੀਦੇ ਆ। ਜੇਕਰ ਤੁਸੀਂ ਇਹ ਦੋ ਚੀਜ਼ਾਂ ਨੂੰ ਅੱਛੀ ਤਰ੍ਹਾਂ ਯਾਦ ਰੱਖੋਗੇ ਕਿ ਸਾਡੇ ਗੁਰੂ ਸਾਹਿਬਾਨ ਜਿਹੜੇ ਨੇ ਉਹ ਕਿਹੜੇ ਹੋਏ ਆ, ਅਤੇ ਉਸ ਤੋਂ ਬਾਅਦ ਜਿਹੜਾ ਸੀ ਸਾਡੇ ਕਿਹੜੇ 12 ਮਹੀਨੇ ਆ, ਤਾਂ ਤੁਹਾਨੂੰ ਇਸ ਫਾਰਮੂਲੇ ਨੂੰ ਯਾਦ ਰੱਖਣ ਦੇ ਵਿੱਚ ਮੁਸ਼ਕਲ ਜਿਹੜੀ ਆ ਉਹ ਨਹੀਂ ਹੋਏਗੀ। ਇਹ ਮੇਰਾ ਆਪਣਾ ਖੁਦ ਦਾ ਵਿਸ਼ਵਾਸ ਹੈ। ਹੁਣ ਅਸੀਂ ਚੱਲਦੇ ਹਾਂ ਆਪਣੇ ਜੋ ਸਾਡੇ ਫਸਟ ਗੁਰੂ ਸਾਹਿਬਾਨ ਆ, ਸ਼੍ਰੀ ਗੁਰੂ ਨਾਨਕ ਦੇਵ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਿੱਦਾਂ ਤੁਸੀਂ ਬੁੱਕਸ ਵੀ ਪਹਿਲਾਂ ਰੀਡ ਕਰ ਚੁੱਕੇ ਹੋ ਕਿ ਗੁਰੂ ਨਾਨਕ ਦੇਵ ਜੀ ਹੁਣ ਆਪਣੇ ਜਿਹੜੇ ਸੀ ਸਾਡੇ ਪਹਿਲੇ ਗੁਰੂ ਸੀ, ਉਹਨਾਂ ਦਾ ਜਨਮ 1469 ਨੂੰ ਹੋਇਆ ਔਰ 1539 ਦੇ ਵਿੱਚ ਜੋਤੀ ਜੋਤ ਜਿਹੜੇ ਸੀ ਉਹ ਸਮਾ ਗਏ ਸੀ। ਇੱਥੇ ਤੱਕ ਤਾਂ ਠੀਕ ਹੈ ਕਿ ਤੁਸੀਂ ਬੁੱਕ ਤੋਂ ਰੀਡ ਕੀਤਾ ਕਿ 1469 'ਚ ਜਨਮ ਹੋਇਆ ਅਤੇ 1539 'ਚ ਜੋਤੀ ਜੋਤ ਸਮਾ ਗਏ। ਪਰ ਹੁਣ ਸਮੱਸਿਆ ਕਿੱਥੇ ਖੜਦੀ ਹੈ? ਸਮੱਸਿਆ ਇੱਥੇ ਆਉਂਦੀ ਹੈ ਕਿ ਜਦੋਂ ਤੁਸੀਂ ਉਹਨਾਂ ਦੀਆਂ ਜੋ ਡੇਟਸ ਹੈ ਉਸ ਨੂੰ ਯਾਦ ਰੱਖਣਾ ਹੈ ਅਤੇ ਮਹੀਨਿਆਂ ਨੂੰ ਯਾਦ ਰੱਖਣਾ ਹੈ। ਇਹ ਜੋ ਮੈਂ ਸਰਕਲ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਉਹ ਡੇਟਸ ਹੈ ਔਰ ਮਹੀਨਾ ਹੈ। ਹੁਣ ਇਹਨੂੰ ਤੁਸੀਂ ਕਿੱਦਾਂ ਯਾਦ ਰੱਖੋਗੇ? ਇਹਨੂੰ ਤੁਸੀਂ ਯਾਦ ਰੱਖੋਗੇ ਕਿ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸਕਰੀਨ 'ਤੇ ਕਿ 15 ਅਤੇ 4, ਇਹ ਮੈਂ ਦੋ ਚੀਜ਼ਾਂ 'ਤੇ ਨਿਸ਼ਾਨ ਲਾਇਆ। 15 ਮੀਨਸ ਹੈ ਕਿ 15 ਤਰੀਕ ਅਤੇ 4 ਚੌਥਾ ਮਹੀਨਾ। ਇਹ ਉਹ ਮਹੀਨਾ ਯਾਨੀ ਕਿ 15 ਅਪ੍ਰੈਲ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਅਤੇ ਇਸ ਤਰ੍ਹਾਂ 22/9 ਯਾਨੀ ਕਿ 22 ਤਰੀਕ ਅਤੇ ਸਤੰਬਰ ਮਹੀਨਾ ਉਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸੀ। ਅਤੇ ਬੇਟਾ ਇਸ ਨੂੰ ਤੁਸੀਂ ਕਿਸ ਤਰ੍ਹਾਂ ਯਾਦ ਰੱਖੋਗੇ? ਤੁਸੀਂ ਇਸ ਨੂੰ ਯਾਦ ਰੱਖਣਾ ਆ 1522 ਔਰ 49 ਯਾਨੀ ਕਿ 49। ਜੇਕਰ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇਹ ਜੋ ਨੰਬਰ ਹੈ ਯਾਨੀ ਕਿ ਇੱਕ ਪਾਸੇ ਤੁਸੀਂ ਮਿਤੀ ਨੂੰ ਯਾਦ ਰੱਖੋਗੇ 1522 ਔਰ ਦੂਜੇ ਪਾਸੇ ਜਿਹੜਾ ਸੀ ਯਾਦ ਰੱਖੋਗੇ 49 ਮੀਨਸ ਕਿ ਚੌਥਾ ਮਹੀਨਾ ਅਤੇ 9ਵਾਂ ਮਹੀਨਾ। ਅਤੇ ਤੁਹਾਨੂੰ ਇਹ ਸਾਰੀ ਉਮਰ ਨਹੀਂ ਭੁੱਲੇਗਾ ਜੇਕਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਕੇ ਇੱਕ ਵਾਰ ਯਾਦ ਰੱਖੋਗੇ। ਯਾਨੀ ਕਿ 15 ਤਰੀਕ ਅਪ੍ਰੈਲ ਮਹੀਨਾ, 22 ਤਰੀਕ ਸਤੰਬਰ ਮਹੀਨਾ, ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ। ਯਾਨੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਜੋ ਨੰਬਰ ਹੈ ਉਹ ਕਿਹੜੇ ਆ? 1522 ਅਤੇ 49। ਉਸ ਤੋਂ ਬਾਅਦ ਦੂਜੇ ਗੁਰੂ ਸਾਹਿਬਾਨ ਹੋਣਾ ਦੀ ਗੱਲ ਕਰੀਏ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ। ਇਹ ਵੀ ਬੇਟਾ ਸੇਮ ਹੈ ਕਿ ਤੁਸੀਂ ਜਾਣਦੇ ਹੋ ਕਿ 1504 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਔਰ 1552 ਦੇ ਵਿੱਚ ਜੋਤੀ ਜੋਤ ਸਮਾਏ ਸੀ ਔਰ 1539 ਦੇ ਵਿੱਚ ਉਹਨਾਂ ਨੂੰ ਗੁਰਗੱਦੀ ਮਿਲੀ ਹੈ। ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਜਦੋਂ ਕੋਈ ਵੀ ਗੁਰੂ ਸਾਹਿਬਾਨ ਜੋਤੀ ਜੋਤ ਸਮਾਏ ਆ ਅਤੇ ਨੈਕਸਟ ਜਿਹੜੇ ਅਗਲੇ ਗੁਰੂ ਸੀ ਉਦੋਂ ਹੀ ਉਹਨਾਂ ਨੂੰ ਗੁਰਗੱਦੀ ਜਿਹੜਾ ਸੀ ਮਿਲੀ ਸੀ। ਹੁਣ ਇਸ ਦੇ ਵਿੱਚ ਅਸੀਂ ਕੀ ਦੇਖ ਰਹੇ ਹਾਂ? ਇਹਦੇ ਵਿੱਚ ਇੱਕ ਤੁਸੀਂ ਚੀਜ਼ ਨੋਟ ਕਰਿਓ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿੱਚ ਸਿਰਫ 2 ਡੇਟ ਸੀ, ਇਹਦੇ ਵਿੱਚ 3 ਹੈ। ਹੁਣ ਇਹਦੇ ਵਿੱਚ 3 ਕਿੱਥੋਂ ਆ ਗਈਆਂ? ਇਹਨੂੰ ਅਸੀਂ ਸਮਝਦੇ ਹਾਂ। ਅੱਜ ਜੋ ਫਸਟ ਵਾਲੀ ਹੈ ਇਹ ਤਾਂ ਤੁਹਾਡਾ 30 ਜੋ 1 ਹੈ ਉਹ ਜਨਮ ਦੀ ਹੈ। ਇਹ ਜਿਹੜੀ ਸੀ ਇਹ ਹੈਗੀ ਉਹ ਜੋਤੀ ਜੋਤ ਸਮਾਏ ਆ।
ਅਤੇ ਹੁਣ ਜੋ ਆ ਸੈਂਟਰ ਵਾਲੀ ਹੈ, ਇਹ ਜੋ ਡੇਟ ਹੈ ਤੁਹਾਡੀ, ਇਹ ਹੈਗੀ ਆ ਉਹਨਾਂ ਦੀ ਗੁਰਗੱਦੀ ਜਦੋਂ ਮਿਲੀ ਉਹਨਾਂ ਨੂੰ। ਸਮਝ ਰਹੇ ਹੋ? ਯਾਨੀ ਕਿ 31/7/29 ਜਿਹੜੀ ਹੈ, ਜੋ ਇਹ ਡੇਟ ਹੈ ਤੁਸੀਂ ਦੇਖ ਰਹੇ ਹੋ, ਇਹ ਜਿਹੜੀ ਆ ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲ ਸੰਬੰਧਿਤ ਹੈ। ਅਤੇ ਇਸ ਤਰ੍ਹਾਂ ਜਿਹੜਾ ਮਹੀਨਾ ਆ ਉਹ 393। ਤੁਸੀਂ ਕੀ ਯਾਦ ਰੱਖਣਾ ਆ ਕਿ 31/7/29 ਅਤੇ ਮਹੀਨਾ 393। ਜਿੱਦਾਂ ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੱਖਿਆ ਸੀ 49, ਇਹਨਾਂ ਦਾ ਯਾਦ ਰੱਖਣਾ 393। ਹੁਣ ਇਹਨੂੰ ਕਿੱਦਾਂ ਸਮਝਣਾ ਹੈ ਆਪਾਂ? ਦੇਖੋ 31 ਮਾਰਚ 1504 ਗੁਰੂ ਅੰਗਦ ਦੇਵ ਜੀ ਹੋਣਾ ਦਾ ਜਨਮ ਹੋਇਆ। ਉਸ ਤੋਂ ਬਾਅਦ 7 ਸਤੰਬਰ 1539 ਉਹਨਾਂ ਨੂੰ ਗੁਰਗੱਦੀ ਮਿਲੀ। ਔਰ ਉਸ ਤੋਂ ਬਾਅਦ 29 ਮਾਰਚ 1552 ਨੂੰ ਗੁਰੂ ਸਾਹਿਬਾਨ ਜਿਹੜੇ ਸੀ ਜੋਤੀ ਜੋਤ ਸਮਾਏ ਆ। ਇਸ ਨੂੰ ਤੁਸੀਂ ਬੇਟਾ ਇੱਧਰ ਸਾਈਡ 'ਤੇ ਵੀ ਦੇਖ ਸਕਦੇ ਹੋ ਕਿ 31 ਮਾਰਚ ਨੂੰ ਜਨਮ ਹੋਇਆ, 7 ਸਤੰਬਰ ਨੂੰ ਗੁਰਗੱਦੀ ਔਰ 29 ਮਾਰਚ ਨੂੰ ਜੋਤੀ ਜੋਤ ਸਮਾਏ ਆ। ਇਸ ਤਰ੍ਹਾਂ ਬੇਟਾ ਇਹ ਬਹੁਤ ਜ਼ਿਆਦਾ ਈਜ਼ੀ ਮੈਥਡ ਹੈ ਕਿ ਜੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਮਝ ਕੇ ਕਰੋਗੇ ਤਾਂ ਤੁਹਾਨੂੰ ਵਾਰ-ਵਾਰ ਅਗਲੀਆਂ ਜੋ ਨੈਕਸਟ ਬੜੀਆਂ ਕਲਾਸਿਸ ਹੈ, ਜਿਸ ਤਰ੍ਹਾਂ ਤੁਸੀਂ +2 ਕਰੋਗੇ, ਗ੍ਰੈਜੂਏਸ਼ਨ ਕਰੋਗੇ, ਉਸ ਤੋਂ ਬਾਅਦ MA ਕਰੋਗੇ, PhD ਕਰੋਗੇ, ਜਿੰਨਾ ਵੀ ਕਰੋਗੇ ਤੁਹਾਨੂੰ ਵਾਰ-ਵਾਰ ਯਾਦ ਕਰਨ ਦੀ ਜ਼ਰੂਰਤ ਨਹੀਂ ਪਊਗੀ। ਬਸ ਤੁਸੀਂ ਇਸ ਡਿਜਿਟ ਨੂੰ ਯਾਦ ਰੱਖਣਾ ਆ, ਜਿਸ ਨੰਬਰ ਨੂੰ ਯਾਦ ਰੱਖਣਾ ਆ ਕਿ ਜਿੱਦਾਂ ਗੁਰੂ ਨਾਨਕ ਦੇਵ ਜੀ ਬਾਰੇ 1522 1522 ਔਰ 49, ਅਤੇ ਇਸ ਤਰ੍ਹਾਂ ਜਿਹੜਾ ਸੀ ਕਿ ਗੁਰੂ ਅੰਗਦ ਦੇਵ ਜੀ ਬਾਰੇ 31/7/29 ਅਤੇ 393। ਔਰ ਉਸ ਤੋਂ ਬਾਅਦ ਨੰਬਰ 3 'ਤੇ ਅਸੀਂ ਗੱਲ ਕਰਦੇ ਹਾਂ ਸ਼੍ਰੀ ਗੁਰੂ ਅਮਰਦਾਸ ਜੀ। ਸ਼੍ਰੀ ਗੁਰੂ ਅਮਰਦਾਸ ਜੀ ਉਹਨਾਂ ਦਾ ਜਨਮ ਹੋਇਆ ਸੀ 1469 ਦੇ ਵਿੱਚ ਔਰ 1574 ਦੇ ਵਿੱਚ ਜੋਤੀ ਜੋਤ ਸਮਾਏ। ਹੁਣ ਇਹਦੇ ਵਿੱਚ ਵੀ ਉਹੀ ਸੇਮ ਫਾਰਮੂਲਾ, ਇਹਦੇ ਵਿੱਚ ਜੋ ਨੰਬਰ ਹੈ ਉਹ 526 ਹੈ ਔਰ ਮਹੀਨਾ ਜਿਹੜਾ ਆ 539। ਜਿਸ ਤਰ੍ਹਾਂ ਤੁਸੀਂ ਪਿਛਲੀ ਸਲਾਈਡ 'ਚ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਬਾਰੇ 49, ਗੁਰੂ ਅੰਗਦ ਦੇਵ ਜੀ ਜਿਹੜੇ ਸੀ ਉਹਨਾਂ ਦਾ 393, ਹੁਣ ਇਹਨਾਂ ਦਾ 539। ਸੇਮ ਉਹੀ ਤਰੀਕਾ ਵਰਤਣਾ ਆ ਕਿ ਜਿਸ ਤਰ੍ਹਾਂ 5 ਮਈ 26 ਮਾਰਚ ਔਰ 1 ਸਤੰਬਰ। ਇਹ ਜਿਹੜਾ ਆ ਪਹਿਲਾ ਜਿਹੜਾ 5 ਮਈ ਹੈ ਇਹ ਹੈਗਾ ਆਪਣਾ ਉਹਨਾਂ ਦਾ ਜਨਮ ਹੋਇਆ, 26 ਮਾਰਚ ਨੂੰ ਉਹਨਾਂ ਨੂੰ ਗੁਰਗੱਦੀ ਮਿਲੀ ਔਰ 1 ਸਤੰਬਰ ਨੂੰ ਜਿਹੜਾ ਸੀ ਉਹ ਜੋਤੀ ਜੋਤ ਗੁਰੂ ਜੀ ਜਿਹੜੇ ਸੀ ਸਮਾਏ ਸੀ। ਉਸ ਤੋਂ ਬਾਅਦ ਅਗਲੇ ਗੁਰੂ ਸਾਡੇ ਆ ਰਹੇ ਆ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ ਉਹਨਾਂ ਦਾ ਜਨਮ 1534 ਔਰ 1581 ਦੇ ਵਿੱਚ ਜੋਤੀ ਜੋਤ ਸਮਾਏ। ਇਹਨਾਂ ਦੇ ਵਿੱਚ ਜੋ ਨੰਬਰ ਡੇਟਸ ਆ ਰਹੀਆਂ ਆ ਉਹ 24/1/1 ਆ ਰਹੀਆਂ ਆ ਔਰ ਮਹੀਨਾ ਜਿਹੜਾ ਆ ਉਹ 999, ਯਾਨੀ ਕਿ 3 ਨਾਂ ਜਿਹੜੇ ਆ 9 ਆ ਰਹੇ ਆ ਇਹਦੇ ਵਿੱਚ। ਹੁਣ ਇਹਦੇ ਵਿੱਚ ਵੀ ਸੇਮ ਫਾਰਮੂਲਾ, 24 ਸਤੰਬਰ ਜਨਮ, 1 ਸਤੰਬਰ ਗੁਰਗੱਦੀ ਔਰ 1 ਸਤੰਬਰ ਜੋਤੀ ਜੋਤ ਸਮਾਏ। ਇਸ ਤਰ੍ਹਾਂ ਅਸੀਂ ਅੱਗੇ ਚੱਲਦੇ ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ। 1563 'ਚ ਉਹਨਾਂ ਦਾ ਜਨਮ ਹੋਇਆ, 1606 ਦੇ ਵਿੱਚ ਆਪਣੇ ਉਹਨਾਂ ਨੂੰ ਜਿਹੜਾ ਸੀ ਸ਼ਹੀਦ ਕਰ ਦਿੱਤਾ ਗਿਆ। ਮੁਗਲ ਬਾਦਸ਼ਾਹ ਉਸ ਵੇਲੇ ਜਿਹੜਾ ਜਹਾਂਗੀਰ ਸੀ। ਅਤੇ ਇਸ ਤਰ੍ਹਾਂ ਜੋ ਡੇਟਸ ਨੇ ਆਪਣੀਆਂ ਉਹਨਾਂ ਦੀਆਂ ਉਹ 15/1/30 ਹੈ ਔਰ 445 ਜਿਹੜਾ ਸੀ ਮਹੀਨੇ ਦੇ ਹਿਸਾਬ ਨਾਲ ਉਹਨੂੰ ਯਾਦ ਰੱਖਣਾ ਤੁਸੀਂ। ਯਾਨੀ ਕਿ ਵਾਰ-ਵਾਰ ਬੇਟਾ ਉਹੀ ਚੀਜ਼ ਰਿਪੀਟ ਹੋ ਰਹੀ ਹੈ, ਸਿਰਫ ਤੁਸੀਂ ਨੰਬਰਾਂ ਨੂੰ ਯਾਦ ਰੱਖਣਾ ਆ। ਜਿਹੜੀ ਮੇਨ ਚੀਜ਼ ਹੈ ਤੁਹਾਡੀ ਕਿ ਤੁਸੀਂ ਡੇਟਸ ਨੂੰ ਯਾਦ ਰੱਖਣਾ ਅਤੇ ਅਤੇ ਉਸ ਤੋਂ ਬਾਅਦ ਮਹੀਨਿਆਂ ਦੇ ਕੁਝ ਨੰਬਰ ਹੈ ਉਹ ਯਾਦ ਰੱਖਣੇ ਆ। ਜੇ ਤੁਸੀਂ ਉਸਨੂੰ ਅੱਛੀ ਤਰ੍ਹਾਂ ਵਾਰ-ਵਾਰ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਮੁੜ ਕੇ ਦੁਬਾਰਾ ਪੜ੍ਹਨ ਦੀ ਜ਼ਰੂਰਤ ਨਹੀਂ ਪਊਗੀ। ਹੁਣ ਇਹਦੇ ਵਿੱਚ 15 ਅਪ੍ਰੈਲ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ, 1 ਸਤੰਬਰ ਜਦੋਂ ਉਹਨਾਂ ਨੂੰ ਗੁਰਗੱਦੀ ਮਿਲੀ ਔਰ 30 ਮਈ ਜਦੋਂ ਉਹਨਾਂ ਨੂੰ ਆਪਣੇ ਸ਼ਹੀਦ ਕਰ ਦਿੱਤਾ ਗਿਆ ਸੀ। ਹੁਣ ਉਸ ਤੋਂ ਬਾਅਦ ਸ਼੍ਰੀ ਗੁਰੂ ਹਰਗੋਬਿੰਦ ਜੀ। ਸ਼੍ਰੀ ਗੁਰੂ ਹਰਗੋਬਿੰਦ ਜੀ ਬਾਰੇ ਵੀ ਜਿਹੜਾ ਸੀ ਕਿ ਜੋ ਸੇਮ ਹੈ, ਇਹ ਅਸੀਂ ਦੇਖ ਰਹੇ ਹਾਂ ਕਿ 1595 ਦੇ ਵਿੱਚ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ। ਕਿ ਜਦੋਂ ਇਹਨਾਂ ਦਾ ਜਨਮ ਹੋਇਆ ਸੀ ਤਾਂ ਇਹਨਾਂ ਦੇ ਪਿਤਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਨਗਰ ਦੀ ਸਥਾਪਨਾ ਕੀਤੀ ਸੀ ਉਹਨਾਂ ਦੀ ਯਾਦ ਦੇ ਵਿੱਚ। ਅਤੇ
ਹਰਗੋਬਿੰਦਪੁਰ ਹੈ ਇਸ ਵੇਲੇ ਬਟਾਲੇ ਲਾਗੇ। ਉਹ ਇਹਨਾਂ ਗੁਰੂ ਸਾਹਿਬਾਨ ਦੇ ਨਾਮ 'ਤੇ ਹੀ ਜਿਹੜਾ ਸੀ ਰੱਖਿਆ ਗਿਆ ਸੀ। ਔਰ 1645 ਦੇ ਵਿੱਚ ਜਿਹੜੇ ਸੀ ਗੁਰੂ ਸਾਹਿਬਾਨ ਜੋਤੀ ਜੋਤ ਸਮਾਏ ਆ। ਇਹਨਾਂ ਦੇ ਵਿੱਚ ਵੀ ਦੇਖ ਰਹੇ ਹੋ ਤੁਸੀਂ ਕਿ ਸੇਮ ਜਿਹੜਾ ਆ ਆਪਣੇ 19, 25 ਤੇ 28 ਔਰ ਮਹੀਨਾ ਜਿਹੜਾ ਸੀ 652 ਹੈ। ਅਤੇ ਉਹਦੇ ਵਿੱਚ ਤੁਸੀਂ ਕੀ ਦੇਖਿਆ ਆ ਕਿ 19 ਤਰੀਕ ਹੈ ਜੂਨ ਮਹੀਨਾ ਆ, 25 ਤਰੀਕ ਹੈ ਮਈ ਮਹੀਨਾ ਆ, ਔਰ 28 ਤਰੀਕ ਹੈ ਔਰ ਦੂਜਾ ਮਹੀਨਾ ਜਦੋਂ ਮਤਲਬ ਉਹ ਜੋਤੀ ਜੋਤ ਸਮਾਏ ਸੀ। ਯਾਨੀ ਕਿ 19 ਜੂਨ ਨੂੰ ਉਹਨਾਂ ਦਾ ਜਨਮ ਹੋਇਆ, 25 ਮਈ ਨੂੰ ਉਹਨਾਂ ਨੂੰ ਗੁਰਗੱਦੀ ਮਿਲੀ ਔਰ 28 ਫਰਵਰੀ ਨੂੰ ਆਪਣੇ ਉਹ ਜੋਤੀ ਜੋਤ ਸਮਾਏ ਸੀ। ਇਸ ਤਰ੍ਹਾਂ ਬੱਚਿਓ ਮੈਂ ਉਮੀਦ ਕਰਦਾ ਹਾਂ ਕਿ ਇਸ ਮੈਥਡ ਨੂੰ ਤੁਸੀਂ ਇੰਜੋਏ ਵੀ ਕੀਤਾ ਹੋਏਗਾ, ਸਮਝਿਆ ਵੀ ਹੋਏਗਾ। ਇੱਕ ਵਾਰ ਅਸੀਂ ਫਿਰ ਇਹਨੂੰ ਰਿਮਾਈਂਡ ਕਰ ਲੈਂਦੇ ਹਾਂ ਕਿ ਜਿਸ ਤਰ੍ਹਾਂ ਜੇ ਅਸੀਂ ਮਹੀਨੇ ਦੀ ਗੱਲ ਕਰੀਏ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ 49 ਨੰਬਰ ਯਾਦ ਰੱਖਿਓ। 49 ਕਿਹੜਾ, ਇੱਕ ਪਾਸੇ ਉਹਨਾਂ ਦਾ ਜਨਮ, ਇੱਕ ਜਿਹੜਾ ਨੰਬਰ ਉਹ ਜਨਮ ਆ, ਅਤੇ ਦੂਜਾ ਉਹਨਾਂ ਦੀ ਆਪਣੇ ਜੋਤੀ ਜੋਤ ਸਮਾਏ ਆ। 393 ਸਿੰਪਲ ਕਿ ਆਪਣੇ ਇੱਕ ਪਾਸੇ ਜੋ 3 ਆ ਉਹਨਾਂ ਦਾ ਜੋ ਜਨਮ ਹੈ, ਦੂਜਾ ਗੁਰਗੱਦੀ ਅਤੇ ਤੀਜਾ ਜਿਹੜਾ ਸੀ ਜੋਤੀ ਜੋਤ ਸਮਾਏ ਆ। ਇਸ ਤਰ੍ਹਾਂ ਜਿਹੜਾ ਸੀ ਕਿ ਜੋ ਤੀਜੇ ਗੁਰੂ ਸਾਹਿਬਾਨ ਆ ਉਹਨਾਂ ਦਾ 539 ਹੈ ਮਹੀਨਾ ਆ ਰਿਹਾ, ਯਾਨੀ ਕਿ ਜਨਮ ਜੋ ਉਹਨਾਂ ਦਾ ਆ ਰਿਹਾ ਸੀ ਕਿ 539 ਜਨਮ, ਗੁਰਗੱਦੀ ਔਰ ਜੋਤੀ ਜੋਤ ਸਮਾਏ। ਇਸੇ ਤਰ੍ਹਾਂ ਚੌਥੇ ਗੁਰੂ ਸਾਹਿਬਾਨ ਦਾ ਜਨਮ, ਗੁਰਗੱਦੀ, ਜੋਤੀ ਜੋਤ ਸਮਾਏ। ਇਸ ਤੋਂ ਬਾਅਦ ਜਨਮ, ਗੁਰਗੱਦੀ, ਜੋਤੀ ਜੋਤ ਸਮਾਏ। ਇਸੇ ਤਰ੍ਹਾਂ ਲਾਸਟ ਗੁਰੂ ਸਾਹਿਬਾਨ ਦਾ ਜਨਮ, ਗੁਰਗੱਦੀ, ਜੋਤੀ ਜੋਤ ਸਮਾਏ। ਇਹ ਮਤਲਬ ਡਿਜ਼ਿਟ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ ਕਿ ਜਿਸ ਤਰ੍ਹਾਂ ਕਿੱਦਾਂ ਯਾਦ ਕਰੋਗੇ। ਹੁਣ ਇਹ ਵੀ ਜਿਹੜੀ ਮੇਨ ਚੀਜ਼ ਹੈ ਕਿ ਜਦੋਂ ਅਸੀਂ ਗੱਲ ਕਰੀਏ ਕਿ ਫਸਟ ਗੁਰੂ ਨਾਨਕ ਦੇਵ ਜੀ 49 ਨੰਬਰ ਜਿਹੜਾ ਸੀ ਯਾਦ ਰੱਖ ਲਿਓ। ਵੈਸੇ ਸਿੰਪਲ ਹੈ, ਕੋਈ ਜ਼ਿਆਦਾ ਟਫ ਨਹੀਂ ਆ। ਅਤੇ 49 ਤੋਂ ਤੁਸੀਂ ਆਈਡੀਆ ਲਾਉਣਾ ਕਿ 4 ਅਤੇ 9 ਯਾਨੀ ਕਿ ਚੌਥਾ ਮਹੀਨਾ ਅਤੇ 9ਵਾਂ ਮਹੀਨਾ। ਇਸ ਤਰ੍ਹਾਂ ਜਿਹੜਾ ਸੀ ਕਿ ਦੂਜੇ ਗੁਰੂ ਸਾਹਿਬਾਨ ਦਾ 393, ਤੀਜਾ ਮਹੀਨਾ ਕਿਹੜਾ ਆ, ਮਾਰਚ ਹੈ, 9ਵਾਂ ਮਹੀਨਾ ਕਿਹੜਾ, ਸਤੰਬਰ ਹੈ। ਇਸੇ ਤਰ੍ਹਾਂ ਜਿਹੜਾ ਸੀ ਕਿ ਸੇਮ ਤੁਸੀਂ ਬਾਕੀ ਜਿਹੜੇ ਸੀ ਗੁਰੂ ਸਾਹਿਬਾਨ ਦੇ ਬਾਰੇ ਜਿਹੜਾ ਸੀ ਯਾਦ ਰੱਖ ਸਕਦੇ ਹੋ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜੋ ਮਤਲਬ ਵੀਡੀਓ ਹੈ ਉਹ ਸਮਝ ਆਈ ਹੋਏਗੀ, ਅਤੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆ ਕਿ ਆਸਾਨ ਤੋਂ ਆਸਾਨ ਤਰੀਕੇ ਨਾਲ ਜਿਹੜਾ ਸੀ ਤੁਹਾਨੂੰ ਸਮਝਾਇਆ ਜਾਵੇ, ਤਾਂ ਜੋ ਕਿ ਨੈਸ ਦੀ ਤਿਆਰੀ ਜਿਹੜੀ ਸੀ ਉਹ ਵਧੀਆ ਤਰੀਕੇ ਨਾਲ ਹੋ ਸਕੇ। ਹੁਣ ਉਸ ਤੋਂ ਬਾਅਦ ਜਿਹੜੀ ਅਗਲੀ ਵੀਡੀਓ ਆ ਵੀ ਅਸੀਂ ਬਹੁਤ ਜਲਦੀ ਪਾ ਦਾਂਗੇ। ਤਦ ਲਈ ਧੰਨਵਾਦ।